हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੇ ਹਾਂ ਕੈਮਿਸਟਰੀ ਦਾ ਚੈਪਟਰ ਇਲੈਕਟ੍ਰੋਕੈਮਿਸਟਰੀ। ਇਟ ਇਜ਼ ਵੈਰੀ ਇੰਪੋਰਟੈਂਟ। ਸਿਲੇਬਸ ਦੇ ਵਿੱਚ ਹੈ ਚੈਪਟਰ, ਆਲਰੇਡੀ ਇੱਕ ਵੀਡੀਓ ਅਪਲੋਡ ਹੋ ਚੁੱਕੀ ਆ। ਸਿਲੇਬਸ ਦੇ ਅਕੋਰਡਿੰਗ ਚੱਲ ਰਹੇ ਹਾਂ ਬਿਲਕੁਲ। ਸਿਲੇਬਸ ਜੋ ਫਰਸਟ पोर्शन लिखा ਅਸੀਂ कंप्लीट कर चुके हैं। नेक्स्ट इज द मेटालिक कंडक्शन एंड इलेक्ट्रोलिटिक कंडक्शन। इट इज आल्सो मेंशन इन द सिलेबस। इंपॉर्टेंट है, ठीक है। बहुत ईजी कॉन्सैप्ट है। तुसी बहुत सारी चीजें इन्हां बारे जानते हो ऑलरेडी। लोअर क्लासेस दे विच आपां कीता मेटालिक कंडक्शन। वी नो मेटल कंडक्ट इलैक्ट्रिसिटी। सारिआं नूं पता ना कि मेटल जिहड़ियां इलैक्ट्रिसिटी कंडक्ट करदियां, लाइक कॉपर, सिल्वर, दे ऑल कंडक्ट इलैक्ट्रिसिटी। ते ओह जिहड़ी कंडक्ट करदी इलैक्ट्रिसिटी नूं आपां बोलदे हां मेटालिक कंडक्शन। ठीक है। कंडक्शन की है मतलब इलैक्ट्रिसिटी जिहड़ी है पास कर सकती है। ਅਸੀਂ बोलते कंडक्टर्स हो जाते हो एंड प्रोसैस जिहड़ी होई उत्थे दैट इज कंडक्शन। ओके, इलैक्ट्रोलिटिक कंडक्शन मे बी न्यू फॉर यू कि एक नवा कंसैप्ट हो सकदा ਤੁਹਾਡੇ ਲਈ ਕਈਆਂ ਲਈ। इलैक्ट्रोलिटिक कंडक्शन ਹੁੰਦੀ ड्यू टू इलैक्ट्रोलाइट्स। नाउ व्हाट आर द इलैक्ट्रोलाइट्स? इलैक्ट्रोलाइट्स लाइक आर द एसिड, बेस एंड सॉल्ट्स। ਜਿਹੜੇ ਐਸਿਡ ਬੇਸ ਸਾਲਟਸ ਹੈਗੇ, ਇਦਾਂ ਦੀਆਂ ਜਿਹੜੀਆਂ ਇਲੈਕਟ੍ਰੋਲਾਈਟਸ ਆ, ਉਹਨਾਂ ਨੂੰ ਜਦੋਂ ਆਪਾਂ ਸੋਲੂਸ਼ਨ ਬਣਾ ਲੈਂਦੇ ਆ ਨਾ, ਆਪਾਂ ਉਹਦੇ ਵਿੱਚੋਂ ਜਦੋਂ ਇਲੈਕਟ੍ਰਿਸਿਟੀ ਪਾਸ ਕਰਵਾਉਂਦੇ ਆ, देयर इज द मूवमेंट ऑफ आयंस। ਆਇਨਸ ਜਿਹੜੇ ਮੂਵ ਕਰਦੇ ਆ, ਉਹਦੇ ਕਰਕੇ ਉੱਥੇ ਕੀ ਆ ਜਾਂਦੀ ਕੰਡਕਸ਼ਨ, ਜਿਹਨੂੰ ਆਪਾਂ ਬੋਲਦੇ ਇਲੈਕਟ੍ਰੋਲਿਟਿਕ ਕੰਡਕਸ਼ਨ। ਕਲੀਅਰ? ਸੋ ਅੱਗੇ ਹੋਰ ਐਕਸਪਲੇਨ ਹੋ ਜਾਏਗਾ ਕਿ ਸਭ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਪਤਾ ਮੈਟੈਲਿਕ ਕੰਡਕਸ਼ਨ ਹੈ, ਲਾਈਕ ਕਾਪਰ ਕੰਡਕਟ ਕਰ ਰਿਹਾ, ਉਹਦੀਆਂ ਕੈਮੀਕਲ ਪ੍ਰੋਪਰਟੀਜ਼ ਤੋਂ ਨਾ ਚੇਂਜ ਹੋ ਜਾਣਗੀਆਂ। ਕੈਮੀਕਲੀ ਤਾਂ ਉਹ ਜਿੱਦਾਂ ਦਾ ਹੈਗਾ ਉਦਾਂ ਹੀ ਰਹੇਗਾ ਨਾ। दैट मीन्स ਇਹਦੇ ਵਿੱਚ ਕੈਮੀਕਲ ਪ੍ਰੋਪਰਟੀਜ਼ ਨਹੀਂ ਚੇਂਜ ਹੁੰਦੀਆਂ। ਕਿਉਂ ਨਹੀਂ ਚੇਂਜ ਹੁੰਦੀਆਂ? ਕਿਉਂਕਿ ਵੀ ਆਲ ਨੋ ਕਿ ਮੈਟਲਸ ਦੇ ਅੰਦਰ ਜਿਹੜੀ ਕੰਡਕਟਿਵਿਟੀ ਆਂਦੀ ਉਹ ਡਿਊ ਟੂ ਕੀ ਆਂਦੀ ਮੂਵਮੈਂਟ ਆਫ ਇਲੈਕਟ੍ਰੋਨਸ। ਮੰਨ ਲਓ ਕੋਈ ਮੈਟਲ ਆ, ਮੈਟਲ ਦੇ ਵਿੱਚ ਇਲੈਕਟ੍ਰੋਨਸ ਜਿਹੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਨੇ, ਠੀਕ ਹੈ, ਜਿਹਦੇ ਕਰਕੇ ਉਹਦੇ ਵਿੱਚ ਕੀ ਆ ਗਈ ਕੰਡਕਸ਼ਨ ਆ ਗਈ ਹੈ ਤੇ ਪੈਸੇਜ ਆਫ ਇਲੈਕਟ੍ਰਿਸਿਟੀ ਹੋ ਗਈ। ਸੋ ਇਹ ਹੋ ਗਈ ਮੈਟੈਲਿਕ ਕੰਡਕਸ਼ਨ। ਬਟ ਇਲੈਕਟ੍ਰੋਲਿਟਿਕ ਕੰਡਕਸ਼ਨ ਦੇ ਵਿੱਚ ਕੀ ਆ, ਲਾਈਕ ਕੋਈ ਇਲੈਕਟ੍ਰੋਲਿਟਿਕ ਸੋਲੂਸ਼ਨ ਆ, ਤੁਸੀਂ ਉਹਦੇ ਵਿੱਚ ਕੋਈ ਇਲੈਕਟ੍ਰੋਡ ਡਿਪ ਕੀਤਾ ਆ, ਠੀਕ ਹੈ, ਦੂਸਰੇ ਪਾਸੇ ਬਾਕੀ ਅਸੀਂ ਸੈਲ ਕਰਨਾ ਪੂਰਾ, ਤੁਹਾਨੂੰ ਹੋਰ ਸਮਝ ਆ ਜਾਏਗਾ, ਠੀਕ ਹੈ। ਉਹਦੇ ਵਿੱਚ ਕੀ ਹੁੰਦੇ ਆਇਨਸ ਜਿਹੜੇ ਆ, ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕੀ ਕਰਦੇ ਆ, ਮੂਵ ਕਰਦੇ ਆ। ਲਾਈਕ ਇੱਕ ਸੋਲੂਸ਼ਨ ਦੇ ਆਇਨ ਦੂਸਰੀ ਸਾਈਡ ਚਲ ਜਾਣਗੇ, ਠੀਕ ਹੈ। ਸੋ ਇਹਦੇ ਵਿੱਚ ਕੀ ਹੁੰਦੀ ਆ, ਮੂਵਮੈਂਟ ਆਫ ਆਇਨਸ ਹੁੰਦੀ ਆ। ਜਦੋਂ ਡੀਕੰਪੋਜ਼ ਕਰੇਗਾ ਉਹ ਮਟੀਰੀਅਲ ਜਿਹੜਾ ਡੀਕੰਪੋਜ਼ ਕਰੇਗਾ ਉੱਥੋਂ ਆਇਨਸ ਬਣਨਗੇ। ਲਾਈਕ ਜ਼ਿੰਕ ਦੀ ਰੋਡ ਆ ਫॉर ਐਗਜ਼ਾਮਪਲ ਕਿਸੇ ਸੋਲੂਸ਼ਨ ਦੇ ਵਿੱਚ, ਉਹ ਟੁੱਟ ਕੇ ਸਾਨੂੰ ਜ਼ਿੰਕ 2 ਪੋਜ਼ਿਟਿਵ ਦੇਗੀ। ਲਾਈਕ ਇੱਕ ਸਾਈਡ ਕਾਪਰ ਹੈ, ਇਹ ਜਿਹੜੀ ਜ਼ਿੰਕ ਦੀ ਰੋਡ ਕਰੇਗੀ, ਡੀਕੰਪੋਜ਼ ਹੋਏਗੀ, ਇਟ ਵਿਲ ਗਿਵ ਆਕਸੀਡੇਸ਼ਨ ਕਰਕੇ ਸਾਨੂੰ ਜ਼ਿੰਕ 2 ਪੋਜ਼ਿਟਿਵ ਦੇਗੀ। ਸੋ ਇਹ ਆਇਨਸ ਕ੍ਰੀਏਟ ਹੋ ਗਏ। ਇਹ ਆਇਨ ਜਿਹੜੇ ਮੂਵ ਕਰਨਗੇ। ਬਾਕੀ ਪੂਰਾ ਮੈਕੈਨਿਜ਼ਮ ਕਿੱਦਾਂ ਮੂਵ ਕਰਦੇ ਆ, ਕਿਹੜਾ ਕਿਹੜਾ ਪ੍ਰੋਸੈਸ ਹੋ, ਅਸੀਂ ਨੈਕਸਟ ਆਣਾ ਇਲੈਕਟ੍ਰੋਕੈਮੀਕਲ, ਸੈਲ ਗਲਵੈਨਿਕ ਸੈਲ, ਅਸੀਂ ਉਹਨਾਂ 'ਚ ਚੰਗੀ ਤਰ੍ਹਾਂ ਪੜਾਂਗੇ। ਇੱਥੇ ਮੈਂ ਤੁਹਾਨੂੰ ਜਸਟ ਆਈਡੀਆ ਦੇਣਾ ਇਹਦੇ ਬਾਰੇ ਕਿ ਐਕਚੁਅਲੀ ਹੁੰਦਾ ਕੀ ਹੈ ਇਹਦੇ ਵਿੱਚ। ਇਲੈਕਟ੍ਰੋਲਿਟਿਕ ਕੰਡਕਸ਼ਨ ਦੇ ਵਿੱਚ ਇਲੈਕਟ੍ਰੋਲਾਈਟਸ ਜਿਹੜੀਆਂ, ਉਹਦੇ ਆਇਨਸ ਜਿਹੜੇ ਆ ਬਣਦੇ ਸੋਲੂਸ਼ਨ ਦੇ ਅੰਦਰ, ਉਹ ਮੂਵ ਕਰਦੇ ਆ ਜਦੋਂ, ਤੇ ਇਸ ਕਰਕੇ ਉਹਦੇ ਵਿੱਚ ਕੀ ਆ ਜਾਣਗੇ, ਕੈਮੀਕਲ ਚੇਂਜ ਵੀ ਆ ਜਾਣਗੇ। ਕਿਉਂਕਿ ਇਹਦੇ ਵਿੱਚ ਤਾਂ ਜਸਟ ਇਲੈਕਟ੍ਰੋਨਸ ਮੂਵ ਕਰ ਰਹੇ ਆ ਨਾ, ਇਹਦੇ ਵਿੱਚ ਤਾਂ ਜਿਹੜੀ ਵੀ ਚੀਜ਼ ਹੋਏਗੀ ਉਹਦੇ ਆਇਨਸ ਮੂਵ ਕਰਨਗੇ। ਦੈਟ ਮੀਨਸ ਉਹ ਮੈਟਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟ੍ਰਾਂਸਫਰ ਹੋ ਜਾਏਗਾ। ਸਮਝਦੇ? ਕਿਉਂਕਿ ਇਹ ਚੀਜ਼ਾਂ ਜੇ ਸਮਝੋਗੇ ਨਾ, ਤੇ ਇਹ ਵਾਲਾ ਜਿਹੜਾ ਡਿਫਰੈਂਸ ਹੈ ਲਿਖਿਆ ਔਖਾ ਨਹੀਂ ਹੈਗਾ, ਬਹੁਤ ਈਜ਼ੀ ਹੈ ਜੇ ਇਸ ਕਨਸੈਪਟ ਨੂੰ ਸਮਝੋਗੇ। ਸੋ ਫਰਸਟ ਪੁਆਇੰਟ ਇਜ਼, ਇਹਦੇ ਵਿੱਚ ਜਿਹੜੀ ਕੰਡਕਸ਼ਨ ਉਹ ਕੈਰੀਡ ਬਾਈ ਹੁੰਦੀ ਮੂਵਮੈਂਟ ਆਫ ਇਲੈਕਟ੍ਰੋਨ। ਸੋ ਇਹਦੇ ਵਿੱਚ ਕੰਡਕਸ਼ਨ ਕਿਉਂ ਆਏਗੀ? ਡਿਊ ਟੂ ਇਲੈਕਟ੍ਰੋਨਸ ਦੀ ਮੂਵਮੈਂਟ ਦੇ ਕਾਰਨ। ਇਲੈਕਟ੍ਰੋਨਸ ਮੂਵ ਕਰ ਰਹੇ ਨੇ, ਬਟ ਇਹਦੇ ਵਿੱਚ ਕਿਹਦੀ ਕੰਡਕਸ਼ਨ ਕਿਹਦੇ ਕਰਕੇ ਆਂਦੀ? ਬਾਈ ਦੀ ਮੂਵਮੈਂਟ ਆਫ ਆਇਨਸ। ਮੈਂ ਬਾਈ ਆਇਨਸ ਲਿਖ ਲਿਆ, ਤੁਸੀਂ ਇੱਥੇ ਸਮਝ ਲਿਓ ਕਿ ਮੈਂ ਸ਼ਾਰਟ 'ਚ ਲਿਖਿਆ ਹੋਇਆ ਕਿ ਇਹਦੇ ਵਿੱਚ ਮੂਵਮੈਂਟ ਹੁੰਦੀ ਇਲੈਕਟ੍ਰੋਨਸ ਦੀ, ਇਹਦੇ ਵਿੱਚ ਮੂਵਮੈਂਟ ਕਿਹਦੀ ਹੁੰਦੀ ਆ? ਆਇਨਸ ਦੀ। ਫਸਟ ਪੁਆਇੰਟ ਕਲੀਅਰ। ਸੈਕਿੰਡ, ਇਹਦੇ ਵਿੱਚ ਕੈਮੀਕਲ ਪ੍ਰੋਪਰਟੀਜ਼ ਦੇ ਵਿੱਚ ਕੋਈ ਚੇਂਜ ਨਹੀਂ ਆਣਾ। ਕਿਉਂ ਚੇਂਜ ਆਊਗਾ ਨਹੀਂ? ਕਿਉਂਕਿ ਇਲੈਕਟ੍ਰੋਨਸ ਮੂਵ ਕਰ ਰਹੇ, ਕਿਹੜਾ ਮੈਟਰ ਇੱਕ ਜਗ੍ਹਾ ਦੂਸਰੀ ਜਗ੍ਹਾ ਗਿਆ। ਕਲੀਅਰ ਨਾ? ਸੋ ਇਹਦੇ ਵਿੱਚ ਕਿਉਂ? ਕਿਉਂਕਿ ਮੈਟਰ ਜਿਹੜਾ ਟ੍ਰਾਂਸਫਰ ਹੋ ਜਾਂਦਾ, ਇੱਥੇ ਲਿਖਿਆ ਵੀ ਟ੍ਰਾਂਸਫਰ ਆਫ ਮੈਟਰ ਐਜ਼ ਆਇਨ, ਠੀਕ ਹੈ। ਇਹਦੇ ਵਿੱਚ ਇਹਦੀਆਂ ਕੈਮੀਕਲ ਪ੍ਰੋਪਰਟੀਜ਼ ਹੀ ਚੇਂਜ ਹੋ ਜਾਣਗੀਆਂ। ਉਹ ਕੈਮੀਕਲੀ ਉਹਦੀ ਆਕਸੀਡੇਸ਼ਨ ਹੋ ਜਾਣੀ, ਰਿਡਕਸ਼ਨ ਹੋ ਜਾਣੀ ਆ, ਉਹਦੀਆਂ ਪ੍ਰੋਪਰਟੀਜ਼ ਕੀ ਹੋ ਜਾਣੀਆਂ, ਚੇਂਜ ਹੋ ਜਾਣੀਆਂ। ਸੋ ਇਹਦੇ ਵਿੱਚ ਕੈਮੀਕਲ ਪ੍ਰੋਪਰਟੀਜ਼ ਚੇਂਜ ਹੁੰਦੀਆਂ, ਇਹਦੇ ਵਿੱਚ ਕੈਮੀਕਲ ਪ੍ਰੋਪਰਟੀਜ਼ ਚੇਂਜ ਨਹੀਂ ਹੁੰਦੀਆਂ ਕਿਉਂਕਿ ਇਲੈਕਟ੍ਰੋਨਸ ਦੇ ਕਰਕੇ। ਇਹਦੇ ਵਿੱਚ ਤੁਹਾਨੂੰ ਦੱਸਿਆ ਇਟ ਡਸ ਨਾਟ ਇਨਵੋਲਵ ਟ੍ਰਾਂਸ ਆਫ ਮੈਟਰ। ਮੈਟਰ ਇੱਕ ਜਗ੍ਹਾ ਦੂਸਰੀ ਜਗ੍ਹਾ ਨਹੀਂ ਜਾਏਗਾ, ਬਟ ਇਹਦੇ ਵਿੱਚ ਮੈਟਰ ਜਿਹੜਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਲਾ ਜਾਏਗਾ। ਇਹ ਵੈਰੀ ਇੰਪੋਰਟੈਂਟ ਪੁਆਇੰਟ ਆ। ਆਲਰੇਡੀ ਮੈਂ ਸੋਲਿਡ ਸਟੇਟ 'ਚ ਵੀ ਇਸ ਚੀਜ਼ ਬਾਰੇ ਥੋੜੀ ਜਿਹੀ ਗੱਲ ਕੀਤੀ ਸੀ ਕਿ ਮੈਟਲ ਦੇ ਕੇਸ 'ਚ ਅਸੀਂ ਟੈਂਪਰੇਚਰ ਵਧਾਉਂਦੇ ਆ, ਕੰਡਕਟਿਵਿਟੀ ਘਟਦੀ ਹੈ। ਕਿਉਂ? ਅਗੇਨ ਸਮਝ ਲਓ, ਲਾਈਕ ਇਲੈਕਟ੍ਰੋਨਸ ਚੱਲ ਰਹੇ ਨੇ ਹਨਾ, ਅਸੀਂ ਟੈਂਪਰੇਚਰ ਵਧਾ ਦਿੱਤਾ, ਉੱਥੇ ਕਰਨਲਸ ਵਾਈਬ੍ਰੇਟ ਕਰਦੇ ਆ, ਵਾਈਬ੍ਰੇਸ਼ਨ ਹੋਣ ਲੱਗ ਪੈਂਦੀ, ਜਿਹਦੇ ਕਰਕੇ ਇਲੈਕਟ੍ਰੋਨਸ ਜੋ ਚੱਲ ਰਹੇ ਉਹਨਾਂ ਨੂੰ ਲੱਗਦੀ ਰੋਕ, ਰੈਜ਼ਿਸਟੈਂਸ ਲੱਗ ਗਈ, ਤਾਂ ਕਰੰਟ ਕੀ ਕਰ ਗਿਆ, ਘਟ ਗਿਆ। ਸੋ ਇਸ ਕਰਕੇ ਕੰਡਕਸ਼ਨ ਕੀ ਹੋ ਗਈ, ਘਟ ਗਈ। ਬਟ ਇਹਦੇ ਕੇਸ ਤਾਂ ਆਇਨਸ ਨੂੰ ਮੂਵਮੈਂਟ ਕਰਨ ਲਈ એનર્ਜੀ ਦੀ ਲੋੜ ਹੈਗੀ ਆ। ਸੋ ਦੈਟ ਇਜ਼ ਵਾਈ ਇਹਦੇ ਵਿੱਚ ਤੁਸੀਂ ਟੈਂਪਰੇਚਰ ਵਧਾਵਾਂਗੇ, ਉੱਥੇ ਆਇਨਸ ਜ਼ਿਆਦਾ ਤੋਂ ਜ਼ਿਆਦਾ ਕ੍ਰੀਏਟ ਹੋਣਗੇ। ਜੇ ਆਇਨਸ ਜ਼ਿਆਦਾ ਬਣਨਗੇ ਤਾਂ ਕੰਡਕਸ਼ਨ ਕੀ ਹੋਏਗੀ, ਵਧੇਗੀ।
ਸੋ ਇਹੀ ਡਿਫਰੈਂਸ ਆ ਇਹਨਾਂ ਦੋਨਾਂ ਦੇ ਵਿੱਚ। ਇਹਦੇ ਵਿੱਚ ਕੰਡਕਟਿਵਿਟੀ ਵੱਧਦੀ ਆ, ਇਹ ਚ ਕੰਡਕਸ਼ਨ ਇਨਕਰੀਜ਼ ਕਰਦੀ ਆ ਵਿਦ ਇਨਕਰੀਜ਼ ਇਨ ਟੈਂਪਰੇਚਰ, ਬਟ ਇਹਦੇ ਵਿੱਚ ਘਟਦੀ ਆ। ਨੈਕਸਟ, ਇਹ ਸਿਰਫ ਇਲੈਕਟ੍ਰਿਸਿਟੀ ਕੰਡਕਟ ਕਰਦੇ ਇਨ ਦਾ ਮੋਲਟਨ ਸਟੇਟ। ਧਿਆਨ ਰੱਖਿਓ, ਵੈਰੀ ਇੰਪੋਰਟੈਂਟ ਪੁਆਇੰਟ ਇਹਦਾ ਇਹ ਆ ਕਿ ਇਲੈਕਟ੍ਰੋਲਾਈਟ ਕਦੀ ਵੀ ਸੋਲਿਡ ਸਟੇਟ ਦੇ ਵਿੱਚ ਨਹੀਂ ਕੰਡਕਟ ਕਰਨਗੀਆਂ। ਕਦੋਂ ਕਰਨਗੀਆਂ? ਜਦੋਂ ਮੋਲਟਨ ਸਟੇਟ ਹੋਣਗੀਆਂ, ਦੈਟ ਮੀਨਸ ਜਦੋਂ ਆਪਾਂ ਉਹਦਾ ਕੋਈ ਸੋਲੂਸ਼ਨ ਤਿਆਰ ਕਰਾਂਗੇ। ਕਿਉਂ? ਕਿਉਂਕਿ ਇਹ ਕੰਡਕਸ਼ਨ ਹੋਣੀ ਕਿਹਦੇ ਕਰਕੇ ਆ? ਡਿਊ ਟੂ ਮੂਵਮੈਂਟ ਆਫ ਆਇਨ। ਹੁਣ ਆਇਨ ਕਦੋਂ ਮੂਵ ਕਰਨਗੇ? ਵੈਨ ਦੇ ਜਦੋਂ ਆਪਣੀ ਸੋਲਿਡ ਤੋਂ ਲਿਕੁਇਡ ਸਟੇਟ 'ਚ ਜਾਣਗੇ, ਜਦੋਂ ਲਿਕੁਇਡ ਸਟੇਟ 'ਚ ਉੱਥੇ ਮੂਵਮੈਂਟ ਹੋਏਗੀ, ਮੂਵਮੈਂਟ ਦੇ ਕਾਰਨ ਇੱਥੇ ਕੰਡਕਸ਼ਨ ਹੋਏਗੀ। ਸੋਲਿਡ ਸਟੇਟ ਤਾਂ ਉਹ ਫ੍ਰੀ ਨਹੀਂ ਹੁੰਦੇ ਨਾ ਮੂਵ ਕਰਨ ਲਈ, ਜੇ ਉਹ ਮੂਵ ਕਰਨ ਲਈ ਫ੍ਰੀ ਨਹੀਂ ਹੋਣਗੇ ਤਾਂ ਉੱਥੇ ਕੰਡਕਟਿਵਿਟੀ ਕਿੱਦਾਂ ਆਏਗੀ? ਸਮਝਦੇ ਇਸ ਨੂੰ? ਕੰਡਕਸ਼ਨ ਹੋਣੀ ਨਹੀਂ। ਸੋ ਦੈਟ ਇਜ਼ ਵਾਈ ਦੇ ਕੰਡਕਟ ਇਲੈਕਟ੍ਰਿਸਿਟੀ ਓਨਲੀ ਇਨ ਦਾ molten state, not in the solid state, because molten state ਚ ਕੀ ਹੁੰਦੇ ਆ? free ਹੁੰਦੇ ਆ। conduct electricity in the molten state only because only then ions are free to move। ਉੱਥੇ ਹੀ ਉਹ free ਹੁੰਦੇ ਆ move ਕਰਨ ਲਈ। clear? ਕਿਉਂਕਿ ਇਹ ਚ conduction ਪਹਿਲੇ ਆਪਾਂ ਕਰ ਲਈ ਕਿੱਦਾਂ ਹੁੰਦੀ? by the movement of ions। clear ਜੀ? ਇਹ ਇੱਕ ਪੁਆਇੰਟ ਤੋਂ ਹੀ ਅੱਗੇ ਪੁਆਇੰਟਸ ਚੱਲ ਰਹੇ ਨੇ। ਮੂਵਮੈਂਟ ਆਫ ਆਇਨਸ, ਇਸ ਕਰਕੇ ਕੈਮੀਕਲ ਪ੍ਰੋਪਰਟੀਜ਼ ਚੇਂਜ ਹੁੰਦੀਆਂ ਆ, ਜੇ ਦੱਸਿਆ ਟ੍ਰਾਂਸਫਰ ਆਫ ਮੈਟਰ ਹੋ ਜਾਂਦਾ ਆ, ਕਿਉਂਕਿ ਇਹ ਜਿਹੜੀ ਵੀ ਚੀਜ਼ ਪਾਈ ਹੋਗੀ ਉਹਦੇ ਆਇਨ ਹੋਣਗੇ ਨਾ। ਹੁਣ ਇਲੈਕਟ੍ਰੋਨ ਤਾਂ ਸਾਰਿਆਂ ਦੀ ਆ, ਠੀਕ ਹੈ। ਸੋ ਇਹ ਧਿਆਨ ਰੱਖਣਾ ਚੀਜ਼ਾਂ ਨਾਲ, ਇਲੈਕਟ੍ਰੋਨਸ ਨਾਲ ਨਹੀਂ ਉਹਦੀਆਂ ਕੈਮੀਕਲ ਪ੍ਰੋਪਰਟੀਜ਼ ਚੇਂਜ ਹੋ ਰਹੀਆਂ। ਚੇਂਜ ਕਿਉਂ ਹੋ ਰਹੀਆਂ? ਕਿਉਂਕਿ ਉਹਦੇ ਇੱਧਰ ਆਇਨਸ ਕਰਕੇ, ਉੱਧਰ ਇਲੈਕਟ੍ਰੋਨਸ ਦੀ ਕਹਾਣੀ ਹੈ। ਇਹ ਧਿਆਨ ਰੱਖਣਾ। ਆਇਨਸ ਉਸੇ ਚੀਜ਼ ਦੇ ਬਣਨਗੇ। ਫੋਰ ਐਗਜ਼ਾਮਪਲ NaCl ਹੈ, NaCl ਟੁੱਟ ਕੇ ਸਾਨੂੰ ਕੀ ਦੇਗਾ? Na ਪੋਜ਼ਿਟਿਵ, Cl ਨੈਗੇਟਿਵ। ਸੋ ਇਹਦੇ ਆਪਣੀ ਆ ਨਾ। ਕਲੀਅਰ? ਇਹ ਚੀਜ਼ ਨੂੰ ਧਿਆਨ ਰੱਖਣਾ, ਆਇਨਸ ਬਣਨਗੇ ਉਹਨਾਂ ਦੇ। ਸੋ ਨॉन ਇਲੈਕਟ੍ਰੋਲਾਈਟਸ ਕੀ ਹੁੰਦੀਆਂ? ਇੱਥੇ ਤੱਕ ਤੁਹਾਡਾ ਇਹ ਵਾਲਾ ਡਿਫਰੈਂਸ ਖਤਮ ਹੋ ਜਾਂਦਾ। ਇਸ ਤੋਂ ਬਾਅਦ ਥੋੜਾ ਕਨਸੈਪਟ ਮੈਂ ਇਲੈਕਟ੍ਰੋਲਾਈਟਸ ਦਾ ਨਾਂ ਲੈ ਕੇ ਚੱਲੀ ਆ, ਇਲੈਕਟ੍ਰੋਲਾਈਟਸ ਬਾਰੇ, ਕਿ ਨॉन ਇਲੈਕਟ੍ਰੋਲਾਈਟਸ ਕੀ ਹੁੰਦੀਆਂ? ਜਿਹੜੀਆਂ ਨਾ ਸੋਲਿਡ ਸਟੇਟ 'ਚ ਕੰਡਕਟ ਕਰਦੀਆਂ ਇਲੈਕਟ੍ਰਿਸਿਟੀ, ਨਾ ਮੋਲਟਨ ਸਟੇਟ 'ਚ। ਜਿਹੜੀ ਨਾ ਸੋਲੂਸ਼ਨ 'ਚ ਉਹਨਾਂ ਨੂੰ ਘੋਲ ਦੋ ਤਾਂ ਵੀ ਨਹੀਂ ਉਹਨਾਂ ਨੇ ਕੰਡਕਟ ਕਰਨੀ ਇਲੈਕਟ੍ਰਿਸਿਟੀ, ਨਾ ਉਹਨਾਂ ਨੇ ਸੋਲਿਡ ਸਟੇਟ 'ਚ ਕਰਨੀ ਹੈ। ਉਹਨਾਂ ਨੂੰ ਕੀ ਬੋਲਦੇ? ਨॉन ਇਲੈਕਟ੍ਰੋਲਾਈਟ। ਮਤਲਬ ਇਲੈਕਟ੍ਰੋਲਾਈਟਸ ਨਹੀਂ ਹੈਗੀਆਂ। ਮਤਲਬ ਉਹਦੀ ਐਗਜ਼ਾਮਪਲ ਜਿਹੜੀ ਹੈਗੀ ਦੈਟ ਇਜ਼ ਸ਼ੂਗਰ, ਯੂਰੀਆ, ਠੀਕ ਹੈ, ਗਲੂਕੋਜ਼, ਇਹ ਜਿਹੜੇ ਕੰਡਕਟ ਨਹੀਂ ਕਰਦੇ ਇਲੈਕਟ੍ਰਿਸਿਟੀ ਇਨ ਸੋਲਿਡ ਸਟੇਟ ਐਜ਼ ਵੈਲ ਐਜ਼ ਇਨ ਮੋਲਟਨ ਸਟੇਟ। ਸੋ ਹੋ ਗਏ ਨॉन ਇਲੈਕਟ੍ਰੋਲਾਈਟ। ਸਾਡੇ ਕੋਲ ਇਲੈਕਟ੍ਰੋਲਾਈਟ ਦੋ ਤਰ੍ਹਾਂ ਦੀਆਂ ਹੁੰਦੀਆਂ, ਸਟਰੋਂਗ ਇਲੈਕਟ੍ਰੋਲਾਈਟ ਐਂਡ ਵੀਕ ਇਲੈਕਟ੍ਰੋਲਾਈਟ। ਵੈਰੀ 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 ਇੰਪੋਰਟੈਂਟ ਪੁਆਇੰਟ। ਸਟਰੋਂਗ ਇਲੈਕਟ੍ਰੋਲਾਈਟ ਕੀ ਹੁੰਦੀਆਂ? ਜਿਹੜੀਆਂ ਕੰਪਲੀਟਲੀ ਆਇਓਨਾਈਜ਼ ਹੋ ਜਾਂਦੀਆਂ, ਆਪਣੇ ਆਇਨਸ ਦੇ ਵਿੱਚ ਕੰਪਲੀਟਲੀ ਟੁੱਟ ਜਾਂਦੀਆਂ ਪੂਰੀ ਤਰ੍ਹਾਂ ਨਾਲ, ਠੀਕ ਹੈ। ਕੰਪਲੀਟਲੀ ਡਿਸੋਸੀਏਟ ਇਨਟੂ ਆਇਨ ਇਨ ਸੋਲੂਸ਼ਨ। ਆਬਵੀਅਸਲੀ ਸੋਲੂਸ਼ਨ ਦੇ ਵਿੱਚ ਹੀ ਕਰਵਾਇਆ ਨਾ ਤੁਹਾਨੂੰ, ਸੋਲੂਸ਼ਨ ਦੇ ਵਿੱਚ ਹੀ ਉਹਦੇ ਆਇਨ ਬਣਨੇ, ਸੋਲਿਡ ਸਟੇਟਸ ਤੋਂ ਨਾ ਬਣਨੇ। ਸੋਲੂਸ਼ਨ ਦੇ ਵਿੱਚ ਇਹ ਕੰਪਲੀਟਲੀ ਡਿਸੋਸੀਏਟ ਕਰ ਜਾਂਦੀਆਂ, ਕੰਪਲੀਟਲੀ ਆਇਨ ਚ ਟੁੱਟ ਗਈਆਂ, ਉਹਨੂੰ ਬੋਲਦੇ ਸਟਰੋਂਗ ਇਲੈਕਟ੍ਰੋਲਾਈਟ। ਐਗਜ਼ਾਮਪਲ ਬਹੁਤ ਇੰਪੋਰਟੈਂਟ ਹੈ, ਡਾਇਰੈਕਟ ਪੇਪਰ ਚ ਪੁੱਛੀ ਜਾਂਦੀ ਆ ਇਹ ਵਾਲੀ ਐਗਜ਼ਾਮਪਲ ਕਿ ਸਟਰੋਂਗ ਇਲੈਕਟ੍ਰੋਲਾਈਟ ਕਿਹੜੀ? NaCl, HCl, NaOH, NH4, NO3, ਠੀਕ ਹੈ। ਇਹਦੇ ਲਈ ਅਲਫਾ ਦੀ ਵੈਲਿਊ ਹੁੰਦੀ 1। ਹੁਣ ਵਟ ਇਜ਼ ਅਲਫਾ? ਆਲਰੇਡੀ ਅਸੀਂ ਪਿਛਲੀਆਂ ਵੀਡੀਓ ਚ ਕਰ ਚੁੱਕੇ ਹਾਂ। ਅਲਫਾ ਇਜ਼ ਡਿਗਰੀ ਆਫ ਡਿਸੋਸੀਏਸ਼ਨ। ਠੀਕ ਸੀ ਨਾ? ਕਿੰਨੀ ਡਿਗਰੀ ਆਫ ਡਿਸੋਸੀਏਸ਼ਨ ਆ, ਕਿ ਕਿੰਨਾ ਉਹ ਡਿਸੋਸੀਏਟ ਕੀਤੀ ਕੋਈ ਚੀਜ਼। ਵੇਟ, ਡਿਗਰੀ ਆਫ ਡਿਸੋਸੀਏਸ਼ਨ ਇਹਦੇ ਵਿੱਚ ਮਤਲਬ ਕਿ ਅਲਫਾ ਕੀ ਹੈ ਤੁਹਾਡੇ ਕੋਲ? ਡਿਗਰੀ ਆਫ ਡਿਸੋਸੀਏਸ਼ਨ, ਕਿੰਨੀ ਜ਼ਿਆਦਾ ਉਹ ਡਿਸੋਸੀਏਟ ਕੀਤੀ ਹੈ। ਉਹਦੇ ਲਈ ਆਪਾਂ ਕੀਤਾ ਸੀਗਾ ਕਿ ਕਿੰਨੇ ਆਫਟਰ ਡਿਸੋਸੀਏਸ਼ਨ ਆਏ ਨਾ ਟੂ, ਪਹਿਲਾਂ ਕਿੰਨੇ ਸੀ? ਜੇ ਕੰਪਲੀਟਲੀ ਡਿਸੋਸੀਏਟ ਹੋ ਗਈ ਪੂਰੇ ਹੋ ਜਾਣਗੇ। ਪਹਿਲਾਂ ਵੀ ਚੀਜ਼ ਪੂਰੀ ਸੀਗੀ, ਡਿਵਾਈਡ ਕਰਕੇ ਕਿੰਨਾ ਆ ਜਾਏਗਾ? 1। ਆਪਾਂ ਕਰ ਚੁੱਕੇ ਇਹ ਚੀਜ਼। ਹੁਣ ਉਸ ਤੋਂ ਬਾਅਦ ਆ ਜਾਂਦੀਆਂ ਵੀਕ। ਵੀਕ ਇਲੈਕਟ੍ਰੋਲਾਈਟ ਕੀ ਹੁੰਦੀਆਂ? ਜਿਹੜੀਆਂ ਕੰਪਲੀਟਲੀ ਡਿਸੋਸੀਏਟ ਨਹੀਂ ਹੁੰਦੀਆਂ, ਕੁਝ ਹੱਦ ਤੱਕ ਹੋਣਗੀਆਂ ਬਟ ਪੂਰੀਆਂ ਨਹੀਂ ਹੋਣਗੀਆਂ। ਦੈਟ ਮੀਨਸ ਜੇ ਕੋਈ ਚੀਜ਼ ਪਹਿਲਾਂ ਪੂਰੀ 2 ਸੀ, ਡਿਸੋਸੀਏਟ ਹੋ ਕੇ ਸਿਰਫ ਕਿੰਨੀ ਰਹੀ? ਮਤਲਬ ਥੋੜੀ ਡਿਸੋਸੀਏਟ, ਮੰਨ ਲਓ ਜੋ 1 ਕੰਪੋਨੈਂਟ ਜਿਹੜਾ ਹੈ ਡਿਸੋਸੀਏਟ ਹੋ ਗਿਆ, ਪੂਰੇ ਦਾ ਪੂਰਾ ਨਹੀਂ ਹੋਇਆ, ਤੇ ਇਹ ਵੈਲਿਊ ਕਿੰਨੀ ਆਏਗੀ? 0.5। ਸੋ ਇਹ ਚ ਡਿਗਰੀ ਆਫ ਡਿਸੋਸੀਏਸ਼ਨ ਆਲਵੇਜ਼ ਲੈਸ ਦੈਨ 1। ਉੱਥੇ ਮੈਂ ਤੁਹਾਨੂੰ ਇਹ ਕਨਸੈਪਟ ਸਮਝਾਇਆ ਹੋਇਆ, ਠੀਕ ਹੈ। ਸੋ ਇਹਦੇ ਵਿੱਚ ਕੰਪਲੀਟਲੀ ਡਿਸੋਸੀਏਸ਼ਨ ਨਹੀਂ ਹੋਣੀ। ਕਲੀਅਰ? ਸੋ ਇਹ ਐਗਜ਼ਾਮਪਲਾਂ ਜ਼ਰੂਰ ਯਾਦ ਕਰਨੀਆਂ। ਇਹਦੀ ਐਗਜ਼ਾਮਪਲਸ ਇੰਨੀਆਂ ਜ਼ਿਆਦਾ ਇੰਪੋਰਟੈਂਟ ਆ ਨਾ। CH3COOH, H2CO3, H3BO3 and HCN, HgCl2, zinc chloride, NH4OH। अल्फा इज लेस देन 1, मतलब ਇਹਨਾਂ ਦੀ डिग्री ऑफ डिसोसिएशन ऑलवेज लेस देन 1। ठीक है। डिग्री ऑफ डिसोसिएशन कुछ औखा नहीं, किन्नी कोई चीज डिसोसिएट की ਉਹਦੀ डिग्री देखनी ਤੁਸੀਂ। ਹੁਣ ਉਹਦੇ ਲਈ ਕੀ ਹੋਊਗਾ? ਇੱਧਰ ਕਿੰਨੀ डिसोसिएशन ਹੋ गई अपॉन के चो ਦੇਖਾਂਗੇ ਆਪਾਂ ਪਹਿਲਾਂ ਕਿੰਨੀ ਚੀਜ਼ ਸੀ। ਹੁਣ ਵੀਕ ਆ, ਪੂਰੀ डिसोसिएट नहीं हुई, ਲੈਸ ਸੇ ਪਹਿਲਾਂ 2 ਸੀ ਕੰਪਲੀਟ, ਸਿਰਫ ਉਹਦੇ ਵਿੱਚ 1 ਕੰਪੋਨੈਂਟ डिसोसिएट ਹੋਇਆ। ਫॉर एग्जांपल ਲੈ ਰਹੀ ਹਾਂ ਮੈਂ, ਤੇ ਆਬਵੀਅਸਲੀ ਮਤਲਬ
डिसोसीएट ਇੱਥੇ ਦੇਖਣੀ ਨਾ ਡਿਗਰੀ ਆਫ ਡਿਸੋਸੀਏਸ਼ਨ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਿੰਨੀ ਡਿਸੋਸੀਏਸ਼ਨ ਹੋਈ ਉਹੀ ਚੀਜ਼ ਹੁੰਦੀ ਤਾਂ ਉਹ ਤਾਂ ਘੱਟ ਹੀ ਹੋਏਗੀ ਕਲੀਅਰ ਕਿਉਂਕਿ ਵੀਕ ਆ ਵੀਕ मतलब पूरी डिसोसीएट नहीं की मतलब 2 ਦੇ ਵਿੱਚੋਂ ਕਿੰਨੀ ਕੀਤੀ 1 ਨੇ ਕੀਤੀ ਤਾਂ ਆਨਸਰ ਕਿੰਨਾ ਗਿਆ 0.5 मतलब ਲੈਸ ਦੈਨ 1 ਜੇ ਪੂਰੀ ਦੀ ਪੂਰੀ डिसोसीएट ਹੋ ਗਈ 2/2 ਕਿੰਨੀ ਆ ਗਈ ਅਲਫਾ ਦੀ ਵੈਲਿਊ 1 ਸੋ ਇਹ ਚੀਜ਼ਾਂ ਇਦਾਂ ਯਾਦ ਰੱਖਣੀਆਂ ਕਿ ਈਜ਼ੀਲੀ ਸਮਝ ਆ ਜਾਂਦੀਆਂ ਇੱਕ ਵਾਰੀ ਕਨਕਲੂਡ ਕਰਦੇ ਹਾਂ ਮੈਟੈਲਿਕ ਕੰਡਕਸ਼ਨ ਆਂਦੀ ਸੀ ਮੈਟਲਸ ਦੇ ਕੇਸ 'ਚ ਇਲੈਕਟ੍ਰੋਲਾਈਟਿਕ ਕੰਡਕਸ਼ਨ ਇਲੈਕਟ੍ਰੋਲਾਈਟਸ ਦੇ ਕੇਸ 'ਚ ਮੈਟੈਲਿਕ ਕੰਡਕਸ਼ਨ ਦੇ ਵਿੱਚ ਮੈਟਲਸ ਦਾ ਮੂਵਮੈਂਟ ਆਫ ਹੁੰਦੀ ਇਲੈਕਟ੍ਰੋਨ ਮੂਵ ਕਰਦੇ ਆ ਜਦੋਂ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਕੋਈ ਐਕਸਟਰਨਲ ਫੀਲਡ ਪ੍ਰੋਵਾਈਡ ਕਰਦੇ ਆ ਤੇ ਉੱਥੇ ਇਲੈਕਟ੍ਰੋਨਸ ਮੂਵ ਕਰਦੇ ਆ ਜਿਹਦੇ ਕਰਕੇ ਉਹਦੇ ਵਿੱਚ ਕੀ ਆ ਜਾਂਦੀ ਇਲੈਕਟ੍ਰਿਸਿਟੀ ਬਟ ਇਹਦੇ ਵਿੱਚ ਇਲੈਕਟ੍ਰੋਨਸ ਨਹੀਂ ਮੂਵ ਕਰਦੇ ਇਹਦੇ ਵਿੱਚ ਕੀ ਮੂਵ ਕਰਦੇ ਆ ਉਸ ਪਾਰਟਿਕੂਲਰ ਸਬਸਟੈਂਸ ਦੇ ਆਇਨ ਮੂਵ ਕਰਦੇ ਆ ਕਲੀਅਰ ਹੁਣ ਉਹ ਪਾਰਟਿਕੂਲਰ ਸਬਸਟੈਂਸ ਆ ਉਹਦੇ ਬਣ ਗਏ ਆਇਨ ਜਿਹਦੇ ਕਰਕੇ ਉਹ ਕੀ ਚੀਜ਼ ਹੋ ਗਈ ਉਹਦੀ ਕੈਮੀਕਲ ਪ੍ਰੋਪਰਟੀਜ਼ ਕੀ ਹੋ ਜਾਂਦੀਆਂ ਚੇਂਜ ਹੋ ਜਾਂਦੀਆਂ ਇਹਦੇ ਵਿੱਚ ਕੋਈ ਚੇਂਜ ਨਹੀਂ ਆਂਦਾ ਕੋਈ ਕੈਮੀਕਲ ਚੇਂਜ ਨਹੀਂ ਆਣਾ ਉਹਦੇ ਵਿੱਚ ਇਹਦੇ ਵਿੱਚ ਇਲੈਕਟ੍ਰੋਨਸ ਜਸਟ ਮੂਵ ਕਰਨਗੇ ਕਲੀਅਰ ਸੋ ਇਸ ਕਰਕੇ ਇਹਦੇ ਵਿੱਚ ਕੋਈ ਮੈਟਰ ਵੀ ਸ਼ਿਫਟ ਨਹੀਂ ਹੁੰਦਾ ਕੋਈ ਚੀਜ਼ ਆਪਣੀ ਜਗ੍ਹਾ ਤੇ ਰਹਿੰਦੀ ਮੈਟਰ ਸ਼ਿਫਟ ਨਹੀਂ ਕਰਦਾ ਇਹਦੇ ਵਿੱਚ ਆਇਨਸ ਜਿਹੜੇ ਇੱਕ ਜਗ੍ਹਾ ਦੂਸਰੀ ਜਗ੍ਹਾ ਚੱਲ ਜਾਂਦੇ ਉਸ ਮੈਟਲ ਦੇ ਜਾਣਗੇ मतलब ਮੈਟਰ ਸ਼ਿਫਟ ਹੋ ਜਾਏਗਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕਲੀਅਰ ਸੋ ਇਹਦੇ ਵਿੱਚ ਕੀ ਹੋਇਆ ਆਇਨਸ ਬਣ ਗਏ ਇਸ ਲਈ ਅਸੀਂ ਟੈਂਪਰੇਚਰ ਵਧਾਵਾਂਗੇ ਆਇਨਸ ਬਣਨਗੇ ਇਸ ਕਰਕੇ ਇਹਦੇ ਕੇਸ 'ਚ ਇਲੈਕਟ੍ਰਿਸਿਟੀ ਵਧੇਗੀ ਸੌਰੀ ਕੰਡਕਸ਼ਨ ਜਿਹੜੀ ਆ ਵਧੇਗੀ ਇਹਦੇ ਵਧਣ ਨਾਲ ਟੈਂਪਰੇਚਰ ਦੇ ਵਧਣ ਨਾਲ ਬਟ ਇਹਦੇ ਵਿੱਚ ਜੇ ਅਸੀਂ ਜ਼ਿਆਦਾ ਹੀ ਟੈਂਪਰੇਚਰ ਵਧਾਵਾਂਗੇ ਇਲੈਕਟ੍ਰੋਨਸ ਨੂੰ ਰੋਕ ਲੱਗ ਜਾਏਗੀ ਜਿਹਦੇ ਕਰਕੇ ਕੀ ਹੋ ਜਾਣਾ ਕੰਡਕਸ਼ਨ ਘਟ ਜਾਏਗੀ ਉਸ ਤੋਂ ਬਾਅਦ ਆਪਾਂ ਕਨਸੈਪਟ ਕੀਤਾ ਹੈਗਾ ਇਹ ਕੀ ਕੰਡਕਟ ਕਰਦੇ ਇਲੈਕਟ੍ਰਿਸਿਟੀ ਓਨਲੀ ਇਨ ਦਾ ਮੋਲਟਨ ਸਟੇਟ ਨਾਟ ਇਨ ਦਾ ਸੋਲਿਡ ਸਟੇਟ ਕਿਉਂ ਕਿਉਂਕਿ ਮੋਲਟਨ ਸਟੇਟ ਦੇ ਵਿੱਚ ਹੀ ਆਇਨਸ ਫ੍ਰੀ ਹੁੰਦੇ ਮੂਵ ਕਰਨਗੇ ਕਲੀਅਰ ਉਸ ਤੋਂ ਬਾਅਦ ਅਸੀਂ ਕੀਤਾ ਨਾਨ ਇਲੈਕਟ੍ਰੋਲਾਈਟਸ ਜਿਹੜੀਆਂ ਨਾ ਸੋਲਿਡ ਸਟੇਟ 'ਚ ਕੰਡਕਟ ਕਰਦੀਆਂ ਇਲੈਕਟ੍ਰਿਸਿਟੀ ਨਾ ਮੋਲਟਨ ਸਟੇਟ 'ਚ ਐਗਜ਼ਾਮਪਲ ਸੁਕਰੋਜ਼ ਅਸੀਂ ਲਿਆ ਗਲੂਕੋਜ਼ ਐਂਡ ਯੂਰੀਆ ਨੈਕਸਟ ਅਸੀਂ ਲਿਆ ਸਟਰੋਂਗ ਇਲੈਕਟ੍ਰੋਲਾਈਟਸ ਐਂਡ ਵੀਕ ਇਲੈਕਟ੍ਰੋਲਾਈਟਸ ਸਟਰੋਂਗ ਜਿਹੜੀਆਂ ਕੰਪਲੀਟਲੀ ਡਿਸੋਸੀਏਟ ਹੋ ਜਾਂਦੀਆਂ ਆਪਣੇ ਆਇਨਸ ਦੇ ਵਿੱਚ ਇਨ ਸੋਲੂਸ਼ਨ 'ਚ ਜਾ ਕੇ ਬਟ ਉਹਦੀ ਐਗਜ਼ਾਮਪਲ ਆਪਾਂ ਕੀਤੀ ਹੈ ਇੰਪੋਰਟੈਂਟ NaCl HCl NaOH ਠੀਕ ਹੈ NH4 NO3 ਇਹ ਲਈ ਡਿਗਰੀ ਆਫ ਡਿਸੋਸੀਏਸ਼ਨ ਕਿੰਨੀ ਹੋ ਗਈ 1 ਵੀਕ ਇਲੈਕਟ੍ਰੋਲਾਈਟਸ ਕਿਹੜੀਆਂ ਜਿਹੜੀਆਂ ਕੰਪਲੀਟਲੀ ਡਿਸੋਸੀਏਟ ਨਹੀਂ ਹੋਈਆਂ ਫॉर ਐਗਜ਼ਾਮਪਲ CH3COH H2CO3 H3BO3 HCN HgCl2 ਜ਼ਿੰਕ ਕਲੋਰਾਈਡ ਐਂਡ NH4OH ਇਹ ਲਈ ਡਿਗਰੀ ਆਫ ਡਿਸੋਸੀਏਸ਼ਨ ਲੈਸ ਦੈਨ ਕੀ ਹੋਏਗੀ 1 clear so this is all about the difference between the metallic conduction and electrolytic conduction and the various type of electrolytes ਜੇ ਇਹਦੇ ਨੋਟਸ ਬਣਾ ਲੈਣਾ ਕਿਉਂਕਿ ਨਾ ਚੋ ਵੀ ਪੇਪਰ ਆਉਂਦਾ ਹੈ ਠੀਕ ਹੈ so thanks for watching the video